ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਚਾਕਰੀ ਕਰਨ ਵਾਸਤੇ ਅੱਜ ਦੇ ਮਾਡਰਨ ਟੈਕਨੋਲੋਜੀ ਦੇ ਯੁੱਗ ਵਿੱਚ ਰੋਜ਼ਾਨਾ ਤੁਹਾਡੇ ਘਰ ਤੁਹਾਡੇ ਸਨਮੁਖ ਪਹੁੰਚਦਾ ਹਾਂ। ਨਿਤਾ ਪ੍ਰਤੀ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੁਰਬਾਣੀ ਦੀ ਇੱਕ ਅੰਗ ਦੀ ਵਿਚਾਰ ਕਰਦੇ ਹਾਂ। ਅੱਜ ਆਪਾਂ ਦੀਦਾਰ ਕਰ ਰਹੇ ਹਾਂ 300 ਅੰਗ ਦੇ ਉੱਪਰ ਅੰਕਿਤ ਥਿਤੀ ਨਾਮ ਦੀ ਬਾਣੀ ਚੱਲ ਰਹੀ ਹੈ। ਉਸ ਵਿੱਚ ਚੰਦਰਮਾ ਦੀਆਂ ਥਿੱਤਾਂ ਨੂੰ ਸਾਹਮਣੇ ਰੱਖ ਕੇ ਇੱਕ ਇੱਕ ਥਿੱਤ ਤੋਂ ਸਾਨੂੰ ਇੱਕ ਸਿੱਖਿਆ ਦਿੱਤੀ ਗਈ ਹੈ। ਕੱਲ੍ਹ ਤੱਕ ਮੱਸਿਆ ਨਾਲ ਸੰਬੰਧਿਤ ਜੋ ਆਪਾਂ ਵਿਚਾਰਿਆ ਸੀ 15ਵੀਂ ਪੌੜੀ, ਅੱਜ 16ਵੀਂ ਪੌੜੀ ਸ਼ੁਰੂ ਹੋ ਰਹੀ ਹੈ ਪੂਰਨਮਾਸ਼ੀ ਨਾਲ ਸੰਬੰਧਿਤ। ਇਹਦਾ ਕੋਈ ਸੰਬੰਧ ਉਹਨਾਂ ਥਿੱਤਾਂ ਨਾਲ ਨਹੀਂ ਹੈ। ਪੂਰਨਮਾਸ਼ੀ ਤੋਂ ਸਿੱਖਣ ਵਾਸਤੇ ਕਿਹਾ ਗਿਆ, ਨਾ ਕਿ ਪੂਰਨਮਾਸ਼ੀ ਮਨਾਉਣ ਵਾਸਤੇ। ਇਹ ਪੰਚਮੀ 10ਵੀਂ ਪੂਰਨਮਾਸ਼ੀ ਮਨਾਉਣੀ ਹੈ, ਗੁਰਮਤ ਨਹੀਂ ਹੈ। ਆਓ ਕਰੀਏ ਦੀਦਾਰ। ਸਲੋਕ ਪੂਰਨ ਕਬਹੁ ਨ ਡੋਲਤਾ, ਪੂਰਾ ਕੀਆ ਪ੍ਰਭ ਆਪ। ਜਿਸ ਵਾਹਿਗੁਰੂ ਜੀ ਨੇ ਆਪਣੇ ਪਿਆਰਿਆਂ ਦੇ ਅੰਦਰ ਗੁਣ ਪੈਦਾ ਕਰ ਦਿੰਦੇ ਨੇ। ਸੁਭਾਅ ਦੇ ਵਿੱਚ ਜਿਉਂ-ਜਿਉਂ ਗੁਣ ਹੋਣਗੇ ਉਹ ਸੁਭਾਅ ਪੂਰਨ ਬਣਦਾ ਜਾਏਗਾ। ਜਿੰਨਾ ਸੋਚ ਵਿੱਚ ਗੁਣ ਆ ਜਾਣਗੇ ਸੋਚ ਪੂਰਨ ਬਣਦੀ ਜਾਏਗੀ। ਪਰਫੈਕਟ ਨਹੀਂ ਕੋਈ ਹੋ ਸਕਦਾ, ਪਰ ਪੂਰਨਤਾ ਵੱਲ ਵਧੇਗਾ। ਪਰ ਵੀ ਪੂਰਨ ਵਾਹਿਗੁਰੂ ਜੀ ਦੇ ਨਾਲ ਪਿਆਰ ਵੱਧਦਾ ਜਾਏਗਾ, ਉਸ ਮਾਰਗ ਤੇ ਤੁਰੇਗਾ। ਜਿਸ ਵਾਹਿਗੁਰੂ ਜੀ ਨੇ ਸੁਭਾਅ ਪੂਰਨ ਦੇ ਦਿੱਤਾ, ਭਾਵ ਗੁਰਮੁਖ ਸੁਭਾਅ ਦੇ ਦਿੱਤਾ, ਉਹ ਡੋਲਦਾ ਨਹੀਂ ਕਦੀ। ਉਹ ਦੁੱਖਾਂ ਸੁੱਖਾਂ ਦੇ ਵਿੱਚ ਘਬਰਾਉਂਦਾ ਨਹੀਂ ਕਦੀ। ਉਹਨੂੰ ਅਸਲੀ ਸਮਝ ਆ ਜਾਂਦੀ ਹੈ ਕਿ ਦੁੱਖ ਸੁੱਖ ਤਾਂ ਇੱਕ ਦਾਤ ਹੈ, ਇੱਕ ਦਾਰੂ ਹੈ, ਤਜਰਬਾ ਦਿੰਦੇ ਨੇ, ਜ਼ਿੰਦਗੀ ਦੇ ਉਤਰਾਅ ਚੜ੍ਹਾਅ ਨੇ। ਦਿਨ ਦਿਨ ਚੜ੍ਹੈ ਸਵਾਇਆ, ਨਾਨਕ ਹੋਤ ਨ ਘਾਟ। ਦਿਨਾਂ ਨਿੱਤਿਆ ਪ੍ਰਤੀ ਰੋਜ਼ਾਨਾ ਹੀ ਦਿਨ ਬ ਦਿਨ ਉਹਨਾਂ ਦੇ ਅੰਦਰ ਗੁਣ ਵੱਧਦੇ ਨੇ। ਗੁਰੂ ਦਾ ਪਿਆਰ ਵੱਧਦਾ ਹੈ, ਅੰਦਰ ਵਿਸ਼ਵਾਸ ਸ਼ਰਧਾ ਵੱਧਦੀ ਹੈ। ਰੋਜ਼ਾਨਾ ਸੁਭਾਅ ਸੰਵਾਰਿਆ ਜਾਂਦਾ, ਸ਼ਿੰਗਾਰਿਆ ਜਾਂਦਾ। ਨਿਤ ਨਿਤ ਚੜ੍ਹੈ ਸਵਾਇਆ, ਵਾਹਿਗੁਰੂ ਜੀ ਦੇ ਪਿਆਰ ਦਾ ਰੰਗ ਨਿਤ ਚੜ੍ਹਦਾ ਹੈ। ਇਹ 16ਵੀਂ ਪੌੜੀ ਦੇ ਨਾਲ ਸ਼ਲੋਕ ਹੈ। ਅੱਗੇ ਹੈ 16ਵੀਂ ਪੌੜੀ। ਪੂਰਨਮਾ ਪੂਰਨ ਪ੍ਰਭ ਏਕ, ਕਰਨ ਕਾਰਨ ਸਮਰੱਥ। ਪੂਰਨਮਾ ਦੇ ਅਰਥ ਹੈ ਪੂਰਨਮਾਸ਼ੀ, ਜਦੋਂ ਫੁੱਲ ਮੂਨ ਹੁੰਦਾ ਹੈ। ਉਸ ਪੂਰਨਮਾਸ਼ੀ ਤੋਂ ਸਿੱਖਣਾ ਹੈ ਕਿ ਤੇਰੇ ਅੰਦਰ ਉਸ ਪੂਰਨਮਾਸ਼ੀ ਵਾਂਗੂ ਮਿੱਠਾ ਮਿੱਠਾ ਸੋਝੀ ਦਾ, ਗੁਰੂ ਦੀ ਸੋਝੀ ਦਾ ਪ੍ਰਕਾਸ਼ ਜਦੋਂ ਅੰਦਰ ਮੱਤ ਵਿੱਚ ਪੈਦਾ ਹੋਏਗਾ, ਭਾਵ ਸੋਝੀ ਆਏਗੀ, ਤਾਂ ਸਮਝ ਲਈ ਕਿ ਤੈਨੂੰ ਉਹ ਪਰਿਪੂਰਨ ਵਾਹਿਗੁਰੂ ਜੀ ਹਰ ਥਾਂ ਤੇ ਹਾਜ਼ਰ ਨਾਜ਼ਰ ਅੰਗ ਸੰਗ ਮਹਿਸੂਸ ਹੁੰਦੇ ਨੇ। ਜੋ ਵੀ ਵਰਤਾਰੇ ਵਰਤ ਰਹੇ ਨੇ ਉਹ ਕਾਰਨ ਸਮਰੱਥ ਦੇ ਵਰਤਾਰੇ ਨੇ। ਹਰ ਵਰਤਾਰਾ ਸਾਨੂੰ ਕੁਝ ਸਿਖਾਉਣ ਵਾਸਤੇ ਹੁੰਦਾ ਹੈ। ਜ਼ਿੰਦਗੀ ਦਾ ਹਰ ਵਰਤਾਰਾ ਸਾਡੀ ਚੜ੍ਹਦੀ ਕਲਾ ਲਈ ਹੁੰਦਾ ਹੈ। ਉਹ ਕਾਰਨ ਉਹਦੇ ਕੋਲ ਨੇ। ਜੀ ਜੰਤ ਦਇਆਲ ਪੁਰਖ, ਸਭ ਉੱਪਰ ਜਾ ਕਾ ਹੱਥ। ਸਾਰਿਆਂ ਤੇ ਉਹਦਾ ਨਿਜ਼ਮ ਚੱਲਦਾ ਹੈ, ਸਾਰਿਆਂ ਤੇ ਉਹਦੀਆਂ ਸ਼ਕਤੀਆਂ ਵਾਪਰ ਰਹੀਆਂ ਨੇ। ਉਹਦਾ ਨਿਜ਼ਮ ਰੂਪੀ, ਸ਼ਕਤੀ ਰੂਪੀ ਹੱਥ ਸਾਰਿਆਂ ਤੇ ਹੈ ਤੇ ਜੀਵਾਂ ਦੇ ਉੱਪਰ ਦਇਆ ਕਰਦੇ ਨੇ। ਵਾਹਿਗੁਰੂ ਜੀ ਦਇਆਲੂ ਨੇ। ਗੁਣ ਨਿਧਾਨ ਗੋਬਿੰਦ ਗੁਰ, ਜਾ ਕਾ ਕੀਆ ਜਾ ਕਾ ਹੋਏ। ਗੁਣਾਂ ਦੇ ਖਜ਼ਾਨੇ ਨੇ ਵਾਹਿਗੁਰੂ ਜੀ। ਜੋ ਕੁਝ ਵੀ ਵਾਪਰਦਾ ਉਹਦਾ ਕੀਤਾ ਹੋਇਆ ਵਾਪਰਦਾ ਹੈ। ਉਹ ਜੋ ਉਹਦਾ ਸਰੂਪ ਹੈ ਸੱਚਾ ਗਿਆਨ, ਉਹ ਗੁਰ ਸਰੂਪ ਹੈ। ਉਸ ਦੇ ਨਿਜ਼ਮ ਵਿੱਚ ਸਭ ਕੁਝ ਵਾਪਰ ਰਿਹਾ ਹੈ। ਇਹ ਉਸ ਦਾ ਸਾਰਿਆਂ ਤੇ ਹੱਥ ਚੱਲ ਰਿਹਾ ਹੈ। ਸਮਝ ਬਿਰਲਿਆਂ ਨੂੰ ਆਉਂਦੀ ਹੈ। ਕੁਝ ਤਾਂ ਵਰਤਾਰਿਆਂ ਵਿੱਚ ਉਲਝ ਜਾਂਦੇ ਨੇ, ਕੁਝ ਵਰਤਾਰਿਆਂ ਨੂੰ ਇੱਦਾਂ ਮੰਨ ਲੈਂਦੇ ਨੇ, ਆ ਵਰਤਾਰੇ ਚੰਗੇ ਲੱਗਦੇ ਨੇ, ਆ ਨਹੀਂ ਚੰਗੇ ਲੱਗਦੇ। ਉਹ ਸਿੱਖਦੇ ਨਹੀਂ। ਜਿਹੜਾ ਸਿੱਖਣ ਤੁਰ ਪਿਆ ਉਹਨੂੰ ਸਮਝ ਲੱਗਦੀ ਹੈ ਕਿ ਵਾਹਿਗੁਰੂ ਗੁਣਾਂ ਦੇ ਖਜ਼ਾਨੇ ਨੇ। ਉਹ ਸਾਨੂੰ ਗੁਣ ਦੇਣ ਵਾਸਤੇ, ਸਾਨੂੰ ਜੀਵਨ ਜੁਗਤ ਦੇਣ ਵਾਸਤੇ ਸਾਰੇ ਵਰਤਾਰੇ ਵਰਤਾ ਰਹੇ ਨੇ। ਅੰਤਰਜਾਮੀ ਪ੍ਰਭ ਸੁਜਾਨ, ਅਲਖ ਨਿਰੰਜਨ ਸੋਏ। ਸਮਝ ਲਓ ਉਸ ਦਿਨ ਤੇਰੇ ਅੰਦਰ ਪੂਰਨਮਾਸ਼ੀ ਵਾਂਗੂ ਗਿਆਨ ਦੀ ਸੋਝੀ ਦਾ ਪ੍ਰਕਾਸ਼ ਹੋ ਗਿਆ। ਜਦੋਂ ਪਤਾ ਲੱਗਿਆ ਤੇ ਵਾਹਿਗੁਰੂ ਜੀ ਤਾਂ ਅੰਤਰਜਾਮੀ ਨੇ, ਸੁਜਾਨ ਨੇ, ਸਿਆਣੇ ਨੇ। ਹਰ ਵਰਤਾਰਾ ਮੇਰੀ ਚੜ੍ਹਦੀ ਕਲਾ ਲਈ ਹੈ।
ਅਲੱਖ ਨਿਰੰਜਨ, ਉਹਦਾ ਰੂਪ ਜਾਣਿਆ ਨਹੀਂ ਜਾ ਸਕਦਾ, ਇਨਵਿਜ਼ੀਬਲ ਹੈ, ਮੈਲ ਤੋਂ ਰਹਿਤ ਹੈ, ਸ਼ੁੱਧ ਸਰੂਪ ਹੈ ਉਸਦਾ। ਪਾਰ ਬ੍ਰਹਮ ਪਰਮੇਸ਼ਰ ਸਭ ਵਿਦ ਜਾਣਨਹਾਰ। ਵਾਹਿਗੁਰੂ ਜੀ ਪਾਰ ਬ੍ਰਹਮ ਪਰਮੇਸ਼ਰ ਸਾਨੂੰ ਕਿਵੇਂ ਬਖਸ਼ਿਸ਼ ਦਿੰਦੇ ਨੇ, ਕਿੱਦਾਂ ਸਾਡੇ ਅੰਦਰ ਗੁਣ ਪੈਦਾ ਕਰ ਦਿੰਦੇ ਨੇ, ਕਿੱਦਾਂ ਵਰਤਾ ਕੇ ਸੋਝੀ ਦੇ ਦਿੰਦੇ ਨੇ। ਸਾਰੀਆਂ ਵਿਧੀਆਂ ਉਹਨਾਂ ਨੂੰ ਪਤਾ ਹੈ, ਸਭ ਵਿਦ ਜਾਣਨਹਾਰ ਹੈ। ਸਾਨੂੰ ਫਿਕਰ ਕਰਨ ਦੀ ਲੋੜ ਨਹੀਂ, ਅਸੀਂ ਵਾਹਿਗੁਰੂ ਜੀ ਨੂੰ ਸਮਰਪਿਤ ਹੋਣਾ। ਜੋ ਵੀ ਵਰਤਾਰਾ ਵਾਪਰੇ ਘਬਰਾਉਣਾ ਨਹੀਂ, ਪਿਆਰੇ ਦਾ ਵਰਤਾਰਾ ਸਮਝਣਾ ਹੈ। ਉਹਨੂੰ ਪਤਾ ਹੈ ਕਿੱਦਾਂ ਵਿਧੀਆਂ ਵਰਤਾ ਕੇ ਉਹਨੇ ਸਾਡੇ ਜੀਵਨ ਨੂੰ ਚੜ੍ਹਦੀ ਕਲਾ ਵੱਲ ਲਿਜਾਣਾ ਹੁੰਦਾ ਹੈ। ਸੰਤ ਸਹਾਈ ਸ਼ਰਨ ਜੋਗ, ਆਠ ਪਹਿਰ ਨਮਸਕਾਰ। ਜਿਹੜੇ ਵਾਹਿਗੁਰੂ ਜੀ ਦੇ ਪਿਆਰੇ ਨੇ, ਜਿਨ੍ਹਾਂ ਨੂੰ ਅੰਦਰੋਂ ਜੀਵਨ ਸੰਤ ਹੈ, ਜਿਨ੍ਹਾਂ ਦਾ ਬਾਹਰੋਂ ਜ਼ਿੰਮੇਵਾਰੀਆਂ ਨਿਭਾਉਂਦੇ ਨੇ, ਸਿਪਾਹੀ ਨੇ, ਚਾਕਰੀ ਕਰਦੇ ਨੇ, ਉਹਨਾਂ ਦੇ ਨਾਲ ਉੱਠਣੀ ਬੈਠਣੀ, ਉਹਨਾਂ ਦੇ ਬੋਲ ਸੁਣ ਕੇ ਉਹਨਾਂ ਦਾ ਸੰਗ ਕਰਨਾ ਮਨ ਨੂੰ ਹੌਸਲਾ ਦਿੰਦਾ ਹੈ ਅਤੇ ਰੱਬ ਨੂੰ ਸਮਰਪਿਤ ਹੋਣ ਦੀ, ਰੱਬ ਦੇ ਨਿਯਮਾਂ ਨੂੰ ਸਰੈਂਡਰ ਹੋਣ ਦੀ ਇੱਕ ਹੌਸਲਾ ਮਿਲਦਾ ਹੈ, ਉਤਸ਼ਾਹ ਮਿਲਦਾ ਹੈ। ਉਹ ਸਹਾਈ ਹੁੰਦੇ ਨੇ ਸਾਡੇ, ਜਿਹੜੇ ਮਨੁੱਖ ਸਾਨੂੰ ਰੱਬ ਦੇ ਵਿਸ਼ਵਾਸ ਤੋਂ, ਰੱਬ ਦੇ ਨਿਯਮਾਂ ਦੀ ਸੋਝੀ ਤੋਂ, ਰੱਬ ਦੇ ਮਾਰਗ ਤੋਂ ਤੋੜ ਦਿੰਦੇ ਨੇ, ਚਿੰਤਾਵਾਂ ਦਾ ਮਾਹੌਲ ਸਿਰਜ ਦਿੰਦੇ ਨੇ, ਮਨ ਤੇ ਸਟ੍ਰੈਸ ਪੈਦਾ ਕਰ ਦਿੰਦੇ ਨੇ। ਉਹ ਕੋਈ ਮਿੱਤਰ ਰਿਸ਼ਤੇਦਾਰ ਨਹੀਂ ਹੈ। ਪ੍ਰਭ ਸੁਆਮੀ ਕੰਤ ਬਿਹੂਣੀਆਂ ਮੀਤ ਸੱਜਣ ਸਭ ਜਾਮ, ਉਹ ਤਾਂ ਜਮਦੂਤ ਨੇ। ਸਾਡੇ ਅਸਲੀ ਪਿਆਰੇ ਤਾਂ ਉਹ ਨੇ ਜਿਨ੍ਹਾਂ ਨੂੰ ਮਿਲ ਕੇ ਉਤਸ਼ਾਹ ਜਾਗਦਾ, ਅਸੀਂ ਰੱਬ ਨੂੰ ਸਮਰਪਿਤ ਹੁੰਦੇ ਹਾਂ, ਗੁਰੂ ਸਾਹਿਬ ਨੂੰ ਸਮਰਪਿਤ ਹੁੰਦੇ ਹਾਂ। ਉਹ ਸਹਾਈ ਹੁੰਦੇ ਨੇ ਸਾਡੇ ਲਈ, ਤਾਂ ਕਿ ਅਸੀਂ ਸ਼ਰਨ ਪੈ ਜਾਈਏ ਗੁਰੂ ਦੀ। ਅਕਾਥ ਕਥਾ ਨਾ ਬੁੱਝੀ ਹੈ, ਸਿਮਰੋ ਹਰ ਕੇ ਚਰਨ। ਵਾਹਿਗੁਰੂ ਜੀ ਦੀ ਜੋ ਕਥਾ, ਉਹਦੀਆਂ ਵਿਚਾਰਾਂ ਨੇ, ਚਾਹੇ ਵਾਹਿਗੁਰੂ ਜੀ ਦੇ ਨਿਯਮ ਬਾਰੇ ਵਿਚਾਰਾਂ ਨੇ, ਚਾਹੇ ਉਹਦੇ ਗੁਣਾਂ ਬਾਰੇ ਵਿਚਾਰਾਂ ਨੇ, ਚਾਹੇ ਉਹਦੀਆਂ ਬਖਸ਼ਿਸ਼ਾਂ ਬਾਰੇ, ਇਹ ਕਥਨ ਵਿੱਚ ਨਹੀਂ ਆਉਂਦੀਆਂ। ਜਦੋਂ ਅਸੀਂ ਸੁਣਦੇ ਹਾਂ ਨਾ, ਜੋ ਚੰਗਾ ਲੱਗੇ ਉਹਨੂੰ ਮਨ 'ਤੇ ਲਾ ਲੈਣਾ ਚਾਹੀਦਾ। ਮਨ 'ਤੇ ਲਾ ਕੇ ਮਨ ਅੰਦਰ ਇਹ ਹੋਣਾ ਚਾਹੀਦਾ, ਮੈਂ ਇਹੋ ਜਿਹਾ ਬਣਨਾ ਹੈ, ਫਿਰ ਆਪਾਂ ਵਾਰ ਦੇਣਾ ਚਾਹੀਦਾ। ਇਹ ਤਾਂ ਜਿੰਨੀ ਸਮਝ ਆ ਗਈ ਨਾ, ਜ਼ਿੰਦਗੀ ਜਿਉਂ ਲਿਆ ਉਨੀ ਪਤਾ ਲੱਗ ਜਾਏਗੀ। ਇਹ ਕਥਨ ਵਿੱਚ ਨਹੀਂ ਆਉਂਦੀ, ਅਕਥ ਕਥਾ ਹੈ। ਇਸ ਲਈ ਵਾਹਿਗੁਰੂ ਜੀ ਦੇ ਚਰਨ, ਹਰ ਕੇ ਚਰਨ, ਰੱਬ ਦੇ ਗੁਣ ਨੇ, ਰੱਬੀ ਉਪਦੇਸ਼ ਨੇ, ਗੁਰਬਾਣੀ ਦੀਆਂ ਸਿੱਖਿਆਵਾਂ, ਉਹਨੂੰ ਯਾਦ ਰੱਖਣਾ ਹੈ। ਸਿਮਰੋ ਹਰ ਕੇ ਚਰਨ, ਹਰ ਵੇਲੇ ਯਾਦ ਰੱਖਣਾ ਹੈ। ਗੁਣਾਂ ਵਾਲਾ ਜੀਵਨ ਜਿਉਣਾ ਹੈ, ਗੁਣਾਂ ਨਾਲ ਸ਼ੁਕਰਾਨਾ ਕਰਨਾ ਹੈ, ਗੁਣਾਂ ਦੇ ਨਾਲ ਦੂਜਿਆਂ ਲਈ ਪਰਉਪਕਾਰ ਕਰਨਾ ਹੈ, ਕਿਉਂਕਿ ਗੁਣ ਹਰੀ ਦੇ ਚਰਨ ਨੇ। ਰੱਬ ਦੇ ਉਪਦੇਸ਼ ਵੀ ਰੱਬ ਦੇ ਚਰਨ ਨੇ, ਗੁਰਬਾਣੀ ਦੀਆਂ ਸਿੱਖਿਆਵਾਂ ਅਨੁਸਾਰ ਜਿਉਣਾ, ਯਾਦ ਰੱਖਣਾ ਇਸ ਨੂੰ। ਸਿਮਰੋ ਪਤਿਤ ਉਦਾਹਰਨ ਅਨਾਥ ਨਾਥ, ਨਾਨਕ ਪ੍ਰਭ ਕੀ ਸ਼ਰਨ। ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਜਦੋਂ ਕੋਈ ਸ਼ਰਨ ਲੈਂਦਾ, ਭਾਵ ਉਸ ਨੂੰ ਸਮਰਪਿਤ ਹੋ ਜਾਂਦਾ। ਰੱਬ ਨੂੰ ਸਮਰਪਿਤ ਹੋਣਾ ਕੀ ਹੈ? ਉਹਦੇ ਨਿਯਮਾਂ ਨੂੰ ਫੋਲੋ ਕਰਨਾ। ਨਿਯਮ ਕੀ ਨੇ? ਗੁਰਬਾਣੀ ਦੀਆਂ ਸਿੱਖਿਆਵਾਂ। ਸਿੱਖਿਆਵਾਂ ਨੂੰ ਮੰਨਣਾ ਹੀ ਰੱਬ ਨੂੰ ਸਮਰਪਿਤ ਹੋਣਾ ਹੈ। ਉਹ ਨਾਥਾਂ ਦਾ ਨਾਥ ਹੈ। ਉਹਦੀ ਸ਼ਰਨ ਪੈਣ ਵਾਲਿਆਂ ਨੂੰ ਵਾਹਿਗੁਰੂ ਜੀ ਬਚਾ ਲੈਂਦੇ ਨੇ। ਪਤਿਤ ਉਦਾਹਰਨ, ਮਨ ਨੂੰ ਗਿਰਨ ਤੋਂ ਬਚਾ ਲੈਂਦੇ ਨੇ, ਮਨ ਨੂੰ ਚਿੰਤਾ ਵਿੱਚ ਗਿਰਨ ਤੋਂ, ਦੁੱਖਾਂ ਵਿੱਚ ਗਿਰਨ ਤੋਂ, ਉਲਝਣ ਤਾਣੀਆਂ ਵਿੱਚ ਫਸਣ ਤੋਂ ਬਚਾ ਲੈਂਦੇ ਨੇ। ਸਲੋਕ ਅੱਗੇ ਥਿਤੀ ਨਾਮ ਦੀ ਬਾਣੀ ਦੀ ਆਖਰੀ ਪੌੜੀ ਹੈ, 17ਵੀਂ। ਕਨਕਲੂਡ ਕਰ ਰਹੇ ਨੇ ਸਾਰੇ ਸਬਜੈਕਟ ਨੂੰ। ਉਸ ਪੌੜੀ ਦੇ ਨਾਲ ਪਹਿਲਾ ਸ਼ਲੋਕ ਹੈ, ਦੁੱਖ ਬਿਨ ਸਹਿ ਸਹਿਸਾ ਗਇਓ, ਸ਼ਰਨ ਗਹੀ ਹਰ ਰਾਏ। ਜਿਨ੍ਹਾਂ ਨੇ ਵਾਹਿਗੁਰੂ ਜੀ ਦੀ ਸ਼ਰਨ ਲੈ ਲਈ, ਵਾਹਿਗੁਰੂ ਜੀ ਨੂੰ ਸਮਰਪਿਤ ਹੋ ਗਏ, ਸਰੈਂਡਰ ਹੋ ਗਏ, ਉਹਨਾਂ ਦੇ ਅੰਦਰ ਪਹਿਲਾਂ ਤਾਂ ਸ਼ੰਕਾ ਦੂਰ ਹੋ ਗਿਆ। ਦੁਬਿਧਾ ਵਿੱਚ ਜਿਉ ਰਹੀ ਹੈ ਦੁਨੀਆ, ਡਬਲ ਮਾਈਂਡਡ, ਮੈਂ ਕਰਾਂ ਕਿ ਨਾ ਕਰਾਂ, ਮੰਨਾਂ ਕਿ ਨਾ ਮੰਨਾਂ, ਛੱਡਾਂ ਕਿ ਨਾ ਛੱਡਾਂ, ਇਹਨੂੰ ਗ੍ਰਹਿਣ ਕਰਾਂ ਕਿ ਨਾ ਕਰਾਂ। ਇਹ ਸ਼ੰਕਾ ਦੂਰ ਹੋ ਜਾਂਦਾ ਹੈ। ਗੁਰ ਕਹਿਆ ਸਾਕਾਰ ਕਮਾਵੋ। ਜੋ ਗੁਰੂ ਸਾਹਿਬ ਨੇ ਕਿਹਾ ਹੈ, ਉਹਨੂੰ ਮਨ 'ਤੇ ਲਾ ਕੇ ਆਪਾਂ ਵਾਰ ਦੇਣਾ ਹੈ ਮੰਨਣ ਵਾਸਤੇ। ਫਿਰ ਜੋ ਅੰਦਰੋਂ ਐਵੇਂ ਮਨ ਦੁਖੀ ਹੁੰਦਾ ਨਾ, ਉਹ ਅੰਦਰਲਾ ਦੁੱਖ ਦੂਰ ਹੋ ਜਾਂਦਾ ਹੈ। ਐਵੇਂ ਚਿੰਤਾ ਵਿੱਚ ਸੜੀ ਜਾ ਰਿਹਾ। ਕਦੋਂ? ਜਦੋਂ ਸ਼ਰਨ ਲੈ ਲਈ ਵਾਹਿਗੁਰੂ ਦੀ, ਸਮਰਪਿਤ ਹੋ ਗਏ। ਮਨ ਚਿੰਦੇ ਫਲ ਪਾਇਆ, ਨਾਨਕ ਹਰ ਗੁਣ ਗਾਏ। ਮਨ ਚਿੰਦੇ, ਇਹਨੂੰ ਸਮਝਿਓ। ਜਦੋਂ ਅਸੀਂ ਗੁਰੂ ਪਿਤਾ ਦੀਆਂ ਸਿੱਖਿਆਵਾਂ ਨੂੰ ਮਨ 'ਤੇ ਲਾਵਾਂਗੇ, ਜਿਵੇਂ ਗੁਰੂ ਸਾਹਿਬ ਕਹਿੰਦੇ ਨੇ ਉਸ ਤਰ੍ਹਾਂ ਦਾ ਬਣਨਾ ਚਾਹਾਂਗੇ, ਉਹ ਮਨ 'ਤੇ ਜਦੋਂ ਲਾ ਲਵਾਂਗੇ, ਫਿਰ ਇੱਕ ਇੱਛਾ ਜਾਗੇਗੀ, ਮੈਂ ਇਹੋ ਜਿਹਾ ਬਣਨਾ ਹੈ। ਉਹ ਇੱਛਾ ਨੂੰ ਫਿਰ ਫਲ ਲੱਗਦਾ ਹੈ। ਕੀ ਫਲ ਲੱਗਦਾ ਹੈ? ਨਾਨਕ ਹਰ ਗੁਣ ਗਾਏ।
ਰੱਬ ਦੇ ਗੁਣ ਗੁਰਮਤਿ ਅਨੁਸਾਰ ਗਾਉਣੇ ਸਮਝ ਆ ਜਾਊਗੀ। ਗੁਰਮਤਿ ਅਨੁਸਾਰ ਰੱਬ ਦੇ ਗੁਣ ਗਾਉਣੇ ਕੀ ਹੈ? ਗੁਣਾਂ ਨੂੰ ਪ੍ਰੈਕਟੀਕਲ ਜਿਉਣਾ ਹੈ, ਦੂਜਿਆਂ ਲਈ ਜੀਵਨ ਜਿਉਣਾ, ਪਰਉਪਕਾਰ ਕਰਨਾ ਹੈ ਤੇ ਸ਼ੁਕਰਾਨਾ ਕਰਨਾ। ਗੁਣ ਵਾਹਿਗੁਰੂ ਜੀ ਦੇ ਨੇ। ਗੁਣਾਂ ਤੋਂ ਬਿਨਾਂ ਕੋਈ ਵੀ ਭਗਤੀ ਪ੍ਰਵਾਨ ਨਹੀਂ ਹੋਏਗੀ। ਨਿਤ ਪੜ੍ਹਦੇ ਆ, ਸਭ ਗੁਣ ਤੇਰੇ ਮੈਂ ਨਾਹੀ ਕੋਏ, ਬਿਨ ਗੁਣ ਕੀਤੇ ਭਗਤ ਨਾ ਹੋਏ। ਪੌੜੀ ਹੁਣ ਦੱਸ ਰਹੇ ਨੇ ਸਤਿਗੁਰੂ ਜੀ ਪੌੜੀ ਵਿੱਚ, ਕੋਈ ਗਾਵੈ ਕੋ ਸੁਣੈ, ਕੋਈ ਕਰੈ ਵਿਚਾਰ। ਕੋਈ ਤੇ ਰੱਬ ਦੇ ਗੁਣਾਂ ਨੂੰ ਗਾਉਂਦਾ, ਭਾਵ ਪ੍ਰੈਕਟੀਕਲ ਜੀਵਨ ਜਿਉਂਦਾ, ਪਰਉਪਕਾਰ ਕਰਦਾ। ਕੋਈ ਬੜੇ ਧਿਆਨ ਨਾਲ ਸੁਣਦਾ, ਮੰਨਦਾ। ਸੁਣਨ ਦੇ ਅਰਥ ਹੈ ਮੰਨਣਾ। ਕੋਈ ਵਿਚਾਰ ਕਰਦਾ, ਉਹਨੂੰ ਪ੍ਰੈਕਟੀਕਲ ਜੀਵਨ 'ਚ ਜਿਉਂਦਾ। ਕੋ ਉਪਦੇਸੈ ਕੋ ਦਿਰੜੈ, ਤਿਸ ਕਾ ਹੋਏ ਉਧਾਰ। ਕੋਈ ਉਹ ਦੂਸਰਿਆਂ ਨੂੰ ਦੱਸਦਾ ਹੈ, ਦ੍ਰਿੜ ਕਰਦਾ ਆਪਣੇ ਜੀਵਨ ਵਿੱਚ। ਬਚ ਜਾਂਦੇ ਨੇ, ਬੁਰੀਆਂ ਆਦਤਾਂ ਤੋਂ ਬਚ ਜਾਂਦੇ ਨੇ, ਕੁਸੰਗ ਤੋਂ ਬਚ ਜਾਂਦੇ, ਚਿੰਤਾ ਵਿੱਚ ਸੜਨ ਤੋਂ ਬਚ ਜਾਂਦੇ ਨੇ, ਦੁੱਖਾਂ ਵਿੱਚ ਉਲਝਣ ਤੋਂ ਬਚ ਜਾਂਦੇ ਨੇ। ਉਹਨਾਂ ਦਾ ਉਧਾਰ ਹੋ ਜਾਂਦਾ। ਕਿਲ ਵਿਖ ਕਾਟੈ ਹੋਏ ਨਿਰਮਲਾ, ਜਨਮ ਜਨਮ ਮਲ ਜਾਏ। ਜਿੰਨੇ ਵਾਰੀ ਵੀ ਸਾਡੇ ਅੰਦਰ ਚਿੰਤਾ ਦਾ ਜਨਮ ਹੁੰਦਾ ਹੈ, ਉਹਨੇ ਵਾਰੀ ਖਿਜਣ ਦੀਆਂ ਆਦਤਾਂ ਦੀ ਮੈਲ ਲੱਗ ਜਾਂਦੀ ਹੈ। ਜਿੰਨੇ ਵਾਰੀ ਅਸੀਂ ਨਾ ਸੰਤੁਸ਼ਟ ਹੁੰਦੇ ਹਾਂ, ਉਹ ਨਾ ਸੰਤੁਸ਼ਟ ਹੋਣ ਦੀ, ਨਿੰਦਾ ਕਰਨ ਦੀ ਆਦਤ ਦੀ ਮੈਲ ਲੱਗ ਜਾਂਦੀ ਹੈ। ਜਿੰਨੇ ਵਾਰੀ ਵੀ ਹੰਕਾਰ ਪੈਦਾ ਹੁੰਦਾ, ਹੰਕਾਰ ਦਾ ਜਨਮ ਹੁੰਦਾ, ਲੋਭ ਲਾਲਚ ਦਾ ਜਨਮ ਹੁੰਦਾ, ਅੰਦਰ ਮੈਲ ਲੱਗਦੀ ਹੈ, ਭਾਵ ਉਹ ਆਦਤਾਂ ਪੱਕਦੀਆਂ ਨੇ। ਉਹ ਜ਼ਹਿਰ ਹੈ, ਕਿਲਵਿਖ ਹੈ, ਤੇ ਵਾਹਿਗੁਰੂ ਜੀ ਉਸ ਨੂੰ ਕੱਟ ਦਿੰਦੇ ਨੇ। ਆਖੋ ਵਾਹਿਗੁਰੂ। ਕਿਵੇਂ ਕੱਟਦੇ ਨੇ? ਆਪਣੇ ਉਪਦੇਸ਼ ਰਾਹੀਂ, ਗੁਣਾਂ ਰਾਹੀਂ, ਬਖਸ਼ਿਸ਼ਾਂ ਰਾਹੀਂ। ਹਲਤ ਪਲਤ ਮੁਖ ਉਜਲਾ, ਨਹ ਪੋਹੈ ਤਿਸ ਮਾਹੇ। ਉਹ ਅੰਦਰੋਂ ਤੇ ਬਾਹਰੋਂ ਉਜਲੇ ਹੁੰਦੇ ਨੇ। ਦੁਨੀਆ ਦੀਆਂ ਨਜ਼ਰਾਂ 'ਚ ਤੇ ਰੱਬ ਦੀਆਂ ਨਜ਼ਰਾਂ ਵਿੱਚ ਉਹ ਸੁਰਖਰੂ ਹੁੰਦੇ ਨੇ। ਉਹਨਾਂ ਨੂੰ ਰੋਂਗ ਅਟੈਂਸ਼ਨ ਰੂਪੀ ਮਾਇਆ ਸਾਡੇ ਅੰਦਰ ਗਲਤ ਪਾਸੇ ਦੀ ਖਿੱਚ ਹੈ। ਉਹ ਫਿਰ ਪਾਉਂਦੀ ਨਹੀਂ ਹੈ, ਉਹ ਆਦਤਾਂ ਨਹੀਂ ਬਣਦੀਆਂ। ਸੋ ਸੁਰਤਾ ਸੋ ਵੈਸ਼ਨੋ, ਸੋ ਗਿਆਨੀ ਧਨਵੰਤ ਸੁਰਤਾ। ਜਿਸ ਦਾ ਧਿਆਨ ਰੱਬੀ ਉਪਦੇਸ਼ ਵੱਲ, ਰੱਬ ਦੇ ਚਰਨਾਂ ਵੱਲ, ਗੁਣਾਂ ਵੱਲ ਰਹਿੰਦਾ, ਉਹਨੂੰ ਕਹਿੰਦੇ ਨੇ ਸੁਰਤਾ। ਵੈਸ਼ਨੋ, ਜਿਹਦਾ ਆਚਰਣ ਉੱਚਾ ਹੈ, ਜਿਹਦੀ ਸੋਚ ਉੱਚੀ ਹੈ, ਜਿਹਦੇ ਵਿਚਾਰ ਉੱਚੇ ਨੇ। ਗਿਆਨੀ, ਉਹਨੇ ਸਾਂਝ ਪਾ ਲਈ ਹੈ ਵਾਹਿਗੁਰੂ ਜੀ ਦੇ ਨਾਲ। ਧਨਵੰਤ, ਉਹ ਅਮੀਰ ਹੁੰਦੇ ਨੇ ਜਿਨ੍ਹਾਂ ਤੇ ਵਾਹਿਗੁਰੂ ਜੀ ਦੀ ਬਖਸ਼ਿਸ਼ ਹੁੰਦੀ, ਅੰਦਰੋਂ ਅਮੀਰ ਹੁੰਦੇ ਨੇ। ਉਹ ਗੱਲ ਪੈਸੇ ਦੀ ਨਹੀਂ, ਗੱਲ ਤੇ ਦਿਲ ਦੀ ਹੁੰਦੀ ਹੈ। ਜਿਹੜਾ ਦਿਲ ਦਾ ਅਮੀਰ ਹੁੰਦਾ ਹੈ ਨਾ, ਉਹ ਵਾਧੇ ਘਾਟੇ ਨਹੀਂ ਦੇਖਦਾ। ਉਹ ਅੰਦਰੋਂ ਗੁਣਾਂ ਨਾਲ ਅਮੀਰ ਹੁੰਦੇ ਨੇ, ਉਹ ਬਖਸ਼ਿਸ਼ਾਂ ਨਾਲ ਅਮੀਰ ਹੁੰਦੇ ਨੇ। ਸੋ ਸੂਰਾ ਕੁਲਵੰਤ ਸੋਏ, ਜਿਨ ਭਜਿਆ ਭਗਵੰਤ। ਉਹਨਾਂ ਨੂੰ ਰੱਬ ਦੀ ਭਗਤੀ ਕਰਨੀ ਆ ਗਈ, ਗੁਰਮਤਿ ਅਨੁਸਾਰ ਜੀਵਨ ਜਿਉਣਾ ਆ ਗਿਆ। ਉਹ ਸੂਰਮੇ ਨੇ। ਅਸਲੀ ਉਹਨਾਂ ਦੀ ਕੁੱਲ ਉੱਚੀ ਹੈ, ਦੁਨੀਆ ਵਿੱਚ ਜਾਤ ਪਾਤ ਵਿੱਚ ਫਸੀ ਹੋਈ ਹੈ। ਕੀ ਕਰੇਗੀ ਜਾਤ ਪਾਤ ਜੇ ਗੁਣ ਨਹੀਂ? ਸੋਚ ਨੀਵੀਂ ਹੈ, ਸੁਭਾਅ ਗੰਦੜਿਆ ਹੋਇਆ, ਕੀ ਕਰੇਗੀ ਜਾਤ ਪਾਤ? ਅਸਲੀ ਉੱਚੀ ਜਾਤ ਵਾਲੇ, ਉੱਚੀ ਕੁੱਲ ਵਾਲੇ ਉਹ ਨੇ ਜਿਨ੍ਹਾਂ ਦੇ ਅੰਦਰ ਬਖਸ਼ਿਸ਼ ਹੈ। ਖੱਤਰੀ ਬ੍ਰਾਹਮਣ ਸੂਦ ਵੈਸ ਉਧਰੈ ਸਿਮਰ ਚੰਡਾਲ। ਗੁਰਬਾਣੀ ਦੀਆਂ ਸਿੱਖਿਆਵਾਂ ਨੂੰ ਮੰਨਣ ਵਾਲਾ ਕਿਸੇ ਵੀ ਵਰਨ, ਜਾਤ, ਕੰਟਰੀ, ਰੰਗ ਨਾਲ ਹੋਵੇ, ਉਹ ਹਰ ਮਨੁੱਖ 'ਤੇ ਅਸਰ ਕਰਦੀਆਂ ਨੇ। ਗੁਰਬਾਣੀ ਦੀਆਂ ਸਿੱਖਿਆਵਾਂ ਯੂਨੀਵਰਸਲ ਨੇ, ਕਿਉਂਕਿ ਰੱਬੀ ਉਪਦੇਸ਼ ਨੇ। ਕੋਈ ਮੈਨੇ ਨਹੀਂ ਰੱਖਦਾ ਕਿ ਖੱਤਰੀ, ਬ੍ਰਾਹਮਣ, ਸੂਦ, ਵੈਸ ਇਹਨਾਂ ਦੇ ਲਈ ਧਰਮ ਹੈ। ਨਾ ਬਈ, ਇਹ ਤਾਂ ਮਨੁੱਖ ਵਾਸਤੇ ਧਰਮ ਹੈ। ਜਦੋਂ ਗੁਰੂ ਪਾਤਸ਼ਾਹ ਕਹਿੰਦੇ ਨੇ ਮਿੱਠੇ ਬੋਲ ਬੋਲੋ, ਰਿਸ਼ਤਿਆਂ 'ਚ ਪ੍ਰੀਤ ਬਣਦੀ ਹੈ। ਗੰਢ ਪ੍ਰੀਤੀ ਮਿੱਠੇ ਬੋਲ। ਇਹ ਕੋਈ ਕਿਸੇ ਇੱਕ ਜਾਤ ਲਈ ਹੈ, ਸਮੁੱਚੀ ਮਨੁੱਖਤਾ ਲਈ ਹੈ। ਗੁਰਬਾਣੀ ਦੇ ਸਿਧਾਂਤ ਸਮੁੱਚੀ ਮਨੁੱਖਤਾ ਲਈ ਨੇ। ਜੋ ਵੀ ਮੰਨਦਾ ਹੈ, ਉਹਦਾ ਸੁਭਾਅ ਬਦਲਦਾ। ਜਿਨ ਜਾਣਿਆ ਪ੍ਰਭ ਆਪਣਾ, ਨਾਨਕ ਤਿਸ ਹਰਵਾਲ। ਜਿਨ੍ਹਾਂ ਨੇ ਆਪਣੇ ਪ੍ਰਭੂ ਨੂੰ ਪਹਿਚਾਣ ਲਿਆ, ਜਾਣ ਲਿਆ, ਅੰਗ ਸੰਗ ਸਮਝ ਲਿਆ, ਰੱਬ ਨੂੰ ਸਮਰਪਿਤ ਹੋ ਕੇ ਚਾਕਰ ਬਣ ਕੇ ਜਿਉਂਦੇ ਨੇ, ਸਤਿਗੁਰੂ ਕਹਿੰਦੇ ਉਹਨਾਂ ਦੀ ਚਰਨ ਧੂੜੀ ਬਣ ਜਾਈਏ। ਉਹਨਾਂ ਦੇ ਨਾਲ ਨਿਮਰਤਾ, ਸਤਿਕਾਰ ਵਾਲਾ ਵਰਤੋਂ ਵਿਵਹਾਰ ਕਰਦੇ ਹਾਂ। ਉਹਨਾਂ ਦੇ ਗੁਣਾਂ ਨੂੰ ਆਪਣੇ ਵਿੱਚ ਸਮੋ ਲਈਏ। ਉਹਨਾਂ ਦੀਆਂ ਕਈਆਂ ਚੰਗੀਆਂ ਗੱਲਾਂ ਨੂੰ ਆਪਣੇ ਜੀਵਨ ਵਿੱਚ ਲਿਆਈਏ। ਇੱਥੋਂ ਤੱਕ ਤਿੱਤੀ ਨਾਮ ਦੀ ਬਾਣੀ ਸੀ ਗੌੜੀ ਰਾਗ ਵਿੱਚ। ਅਖੀਰ ਤੇ ਹੁੰਦੀ ਹੈ ਵਾਰ ਹਰ ਰਾਗ ਦੇ ਵਿੱਚ। ਇੱਥੇ ਹੁਣ ਗੌੜੀ ਰਾਗ ਦੀ ਵਾਰ ਸ਼ੁਰੂ ਹੋ ਰਹੀ ਹੈ। ਗੌੜੀ ਕੀ ਵਾਰ ਮਹੱਲਾ ਚੌਥਾ।
ਗੌੜੀ ਰਾਗ ਦੀ ਵਾਰ ਹੈ। ਮਹੱਲਾ ਚੌਥਾ। ਗੁਰੂ ਰਾਮਦਾਸ ਸਾਹਿਬ ਜੀ ਦੀ ਉਚਾਰਨ ਕੀਤੀ ਹੋਈ ਹੈ। ਜਿਸ ਗੁਰੂ ਸਾਹਿਬ ਦੀ ਵਾਰ ਉਚਾਰਨ ਕੀਤੀ ਹੁੰਦੀ ਹੈ ਉਸ ਗੁਰੂ ਸਾਹਿਬ ਦੀਆਂ ਪੌੜੀਆਂ ਹੁੰਦੀਆਂ ਨੇ। ਜਿਹੜੇ ਨਾਲ ਸ਼ਲੋਕ ਹੁੰਦੇ ਆ ਉਹ ਕਿਸੇ ਵੀ ਗੁਰੂ ਸਾਹਿਬ ਦੇ ਹੋ ਸਕਦੇ ਨੇ। ਇਹ ਪੰਚਮ ਪਾਤਸ਼ਾਹ ਨੇ ਜਦੋਂ ਕੰਪਾਈਲਿੰਗ ਕੀਤੀ ਨਾ, ਸੰਪਾਦਨਾ ਗੁਰਬਾਣੀ ਦੀ ਆਦ ਬੀੜ, ਉਦੋਂ ਇਹ ਨਿਯਮ ਰੱਖਿਆ ਕਿ ਪੌੜੀਆਂ ਨੂੰ ਹੋਰ ਨਿਖੇਰਨ ਵਾਸਤੇ ਨਾਲ ਸ਼ਲੋਕ ਅੰਕਿਤ ਕੀਤੇ ਨੇ। ਇੱਥੇ ਮੂਲ ਮੰਤਰ ਦਾ ਸੰਖੇਪ ਸਰੂਪ ਹੈ। ਪਹਿਲਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ, ਵਾਹਿਗੁਰੂ ਜੀ ਇੱਕ ਹੈ। ਸਤਿਗੁਰ ਸਰੂਪ ਜੋ ਰੱਬ ਦੀ ਆਵਾਜ਼ ਹੈ, ਗੁਰੂ ਸਾਹਿਬ ਕਹਿ ਕੀ ਰਹੇ ਨੇ, ਉਹਨੂੰ ਮੰਨਾਂਗੇ, ਉਹਦੀ ਕਿਰਪਾ ਹੋਏਗੀ, ਉਹਦੀ ਕਿਰਪਾ ਦੇ ਨਾਲ ਫਿਰ ਜੀਵਨ ਜੁਗਤ ਆਏਗੀ। ਰੱਬ ਦੀ ਮਿੱਠੀ ਮਿੱਠੀ ਯਾਦ ਵਿੱਚ, ਭੈ ਭਾਵਨੀ ਵਿੱਚ ਜਿਉਣ ਦਾ ਇੱਕ ਅੰਦਰੋਂ ਅਹਿਸਾਸ, ਅਭਿਆਸ, ਵਿਸ਼ਵਾਸ ਸ਼ੁਰੂ ਹੁੰਦਾ ਹੈ। ਪਹਿਲੀ ਪੌੜੀ ਦੇ ਨਾਲ ਸ਼ਲੋਕ ਵੀ ਗੁਰੂ ਰਾਮਦਾਸ ਸਾਹਿਬ ਜੀ ਦੇ ਹੀ ਉਚਾਰਨ ਕੀਤੇ ਨੇ। ਸ਼ਲੋਕ ਮਹੱਲਾ ਚੌਥਾ, ਵਾਰ ਵੀ ਗੁਰੂ ਰਾਮਦਾਸ ਸਾਹਿਬ ਜੀ ਦੀ ਹੈ ਤੇ ਸ਼ਲੋਕ ਵੀ ਗੁਰੂ ਰਾਮਦਾਸ ਸਾਹਿਬ ਜੀ ਦਾ ਹੈ। ਸਤਿਗੁਰ ਪੁਰਖ ਦਇਆਲ ਹੈ, ਜਿਸਨੂੰ ਸੰਮਤ ਸਭ ਕੋਏ। ਰੱਬ ਦਾ ਜਿਹੜਾ ਸਰੂਪ ਹੈ ਨਾ, ਉਹ ਸੱਚਾ ਗਿਆਨ ਹੈ। ਹਰ ਵਰਤਾਰੇ ਵਿੱਚ ਅਸੀਂ ਸਿੱਖ ਸਕਦੇ ਹਾਂ। ਸੱਚਾ ਗਿਆਨ ਹਰ ਵਰਤਾਰੇ ਵਿੱਚ ਹੈ ਤੇ ਸੱਚਾ ਗਿਆਨ ਭਗਤਾਂ ਦੇ ਅੰਦਰ, ਭੱਟਾਂ ਦੇ ਅੰਦਰ, ਗੁਰੂ ਸਾਹਿਬਾਨਾਂ ਦੇ ਅੰਦਰ, ਗੁਰਸਿੱਖਾਂ ਦੇ ਅੰਦਰ, ਜਿਹੜੇ ਗੁਰਬਾਣੀ ਦੇ ਰਚਨਹਾਰੇ ਨੇ, ਉਹਨਾਂ ਦੇ ਹਿਰਦੇ 'ਚ ਪ੍ਰਗਟ ਹੋਇਆ। ਉਹਨਾਂ ਸਾਨੂੰ ਗੁਰਬਾਣੀ ਦੇ ਰੂਪ ਵਿੱਚ ਦੱਸਿਆ। ਉਹ ਜੋ ਸਤਿਗੁਰ ਸਰੂਪ ਹੈ, ਰੱਬ ਦਾ ਗਿਆਨ ਰੂਪੀ ਸਰੂਪ, ਬੜਾ ਦਿਆਲੂ ਹੈ, ਦਇਆ ਕਰਦਾ ਹੈ। ਜਿਸ ਨੂੰ ਸੰਮਤ ਸਭ ਕੋਏ, ਉਹ ਸਾਰਿਆਂ ਨੂੰ ਇੱਕੋ ਜਿਹਾ ਦੇਖਦਾ। ਸੰਮਤ ਇੱਕੋ ਜਿਹਾ, ਬਰਾਬਰੀ। ਉਹ ਗਿਆਨ ਕਿਸੇ ਨਾਲ ਲਿਹਾਜ਼ ਨਹੀਂ ਕਰਦਾ। ਜੋ ਵੀ ਮੰਨੇਗਾ ਬਚ ਜਾਏਗਾ, ਜਿਹੜਾ ਨਹੀਂ ਮੰਨੇਗਾ, ਉਹ ਚਾਹੇ ਵੱਡਾ ਹੈ, ਕੋਈ ਛੋਟਾ ਹੈ, ਕੋਈ ਅਮੀਰ ਹੈ, ਗਰੀਬ ਹੈ, ਨਹੀਂ ਮੰਨੇਗਾ, ਉਹਦੀਆਂ ਆਦਤਾਂ ਨਹੀਂ ਬਦਲਣਗੀਆਂ, ਸੁਭਾਅ ਨਹੀਂ ਬਦਲੇਗਾ। ਉਹਦੀ ਦ੍ਰਿਸ਼ਟੀ ਸਾਰਿਆਂ ਤੇ ਇੱਕੋ ਜਿਹੀ ਹੈ। ਏਕ ਦ੍ਰਿਸ਼ਟ ਕਰ ਦੇਖਦਾ, ਮਨ ਭਾਵਨੀ ਤੇ ਸਿੱਧ ਹੋਏ। ਉਹ ਸਤਿਗੁਰ ਸਰੂਪ, ਸੱਚਾ ਗਿਆਨ, ਰੱਬ ਦਾ ਉਹ ਐਸਾ ਪੁਰਖ, ਐਸੀ ਸ਼ਕਤੀ ਹੈ, ਉਹ ਸਾਰਿਆਂ ਤੇ ਇੱਕੋ ਜਿਹੀ ਦ੍ਰਿਸ਼ਟ ਹੈ। ਜਿਹੋ ਜੀ ਕਿਸੇ ਦੀ ਮਨ ਦੀ ਭਾਵਨਾ ਹੈ, ਉਹ ਜੀ ਉਹਨੂੰ ਸਫਲਤਾ ਮਿਲ ਜਾਂਦੀ ਹੈ, ਸਿੱਧ ਹੁੰਦਾ ਸਫਲਤਾ। ਸਤਿਗੁਰ ਵਿੱਚ ਅੰਮ੍ਰਿਤ ਹੈ, ਹਰ ਉੱਤਮ ਹਰ ਪਦ ਸੋਏ। ਉਹ ਜੋ ਗੁਰੂ ਦੀ ਆਵਾਜ਼ ਹੈ ਨਾ, ਰੱਬੀ ਆਵਾਜ਼, ਜੋ ਸਤਿਗੁਰ ਸਰੂਪ ਹੈ, ਸੱਚਾ ਗਿਆਨ, ਉਹਦੇ ਵਿੱਚ ਮੰਨਣ ਦੇ ਵਿੱਚ ਵੀ ਰਸ ਹੈ, ਸੁਣਨ ਦੇ ਵਿੱਚ ਵੀ ਰਸ ਹੈ, ਪ੍ਰੈਕਟੀਕਲ ਜਿਉਣ ਵਿੱਚ ਵੀ ਰਸ ਹੈ। ਉਹ ਰਸ ਕਦੀ ਮਰਦਾ ਨਹੀਂ, ਅੰਮ੍ਰਿਤ ਰਸ ਹੈ, ਮ੍ਰਿਤੂ ਤੋਂ ਰਹਿਤ। ਜਿਨ੍ਹਾਂ ਨੇ ਇਸ ਨੂੰ ਪ੍ਰਾਪਤ ਕਰ ਲਿਆ, ਉਹਨਾਂ ਦੀ ਅੰਦਰਲੀ ਅਵਸਥਾ ਉੱਚੀ ਹੋ ਜਾਂਦੀ ਹੈ, ਉੱਤਮ ਪਦ। ਉਹਨਾਂ ਨੂੰ ਉੱਚਾ ਆਚਰਣ ਮਿਲ ਜਾਂਦਾ ਹੈ, ਉੱਚੀ ਸੋਚ, ਉੱਚੇ ਨਿਸ਼ਾਨੇ, ਉੱਚੇ ਵਿਚਾਰ। ਇਹ ਵਾਹਿਗੁਰੂ ਜੀ ਦੀ ਦਿੱਤੀ ਹੋਈ ਬਖਸ਼ਿਸ਼ ਹੈ। ਨਾਨਕ ਕਿਰਪਾ ਤੇ ਹਰ ਧਿਆਈਐ, ਗੁਰਮੁਖ ਭਾਵੈ ਕੋਏ। ਇਹ ਵਿਰਲਿਆਂ ਨੂੰ ਮਿਲਦਾ ਹੈ, ਇਹਨਾਂ ਨੂੰ ਜਿਹੜੇ ਗੁਰੂ ਦੇ ਮੁਖ ਵਿੱਚੋਂ ਨਿਕਲੇ ਉਪਦੇਸ਼ ਨੂੰ ਪ੍ਰੈਕਟੀਕਲ ਜਿਉਂਦੇ ਨੇ ਤੇ ਧਿਆਨ ਵਾਹਿਗੁਰੂ ਜੀ ਵੱਲ, ਵਾਹਿਗੁਰੂ ਜੀ ਦੇ ਨਿਯਮਾਂ ਵੱਲ, ਉਹਦੇ ਗੁਣਾਂ ਵੱਲ, ਉਹਦੀਆਂ ਬਖਸ਼ਾਂ ਵੱਲ ਧਿਆਨ ਰੱਖਦੇ ਨੇ। ਉਹ ਕਿਰਪਾ ਦੇ ਪਾਤਰ ਹੁੰਦੇ ਨੇ। ਮਹੱਲਾ ਚੌਥਾ, ਅਗਲਾ ਸ਼ਲੋਕ ਵੀ ਚੌਥੇ ਪਾਤਸ਼ਾਹ ਦਾ। ਹਉਮੈ ਮਾਇਆ ਸਭ ਬਿਖ ਹੈ, ਨਿਤ ਜਗ ਟੋਟਾ ਸੰਸਾਰ। ਆ ਜਿਹੜੇ ਹਉਮੈ ਨਾ, ਆਪਣੇ ਸੁਭਾਅ ਨੂੰ ਪਰਫੈਕਟ ਮੰਨ ਲੈਣਾ, ਆਪਣੀ ਸੋਚ ਨੂੰ ਪਰਫੈਕਟ ਮੰਨ ਲੈਣਾ, ਆਪਣੀ ਆਈਡੀਓਲੋਜੀ, ਵਿਚਾਰਧਾਰਾ ਨੂੰ ਪਰਫੈਕਟ ਮੰਨ ਲੈਣਾ, ਇਹ ਹਉਮੈ ਹੈ। ਫਿਰ ਬੰਦਾ ਆਪਣੀ ਵਿਚਾਰਧਾਰਾ, ਆਪਣੀ ਸੋਚ, ਆਪਣੇ ਸੁਭਾਅ ਦੇ ਉਲਟ ਸੁਣਦਾ ਨਹੀਂ। ਇਹੀ ਮਾਇਆ ਹੈ, ਇਹ ਜ਼ਹਿਰ ਹੈ, ਸਭ ਵਿਖ ਹੈ। ਇਹਦੇ ਨਾਲ ਜ਼ਿੰਦਗੀ 'ਚ ਘਾਟੇ ਖਾਂਦਾ ਹੈ। ਸੁਭਾਅ ਵਿੱਚ ਸੋਚ ਕਮਜ਼ੋਰੀਆਂ ਪੈਦਾ ਹੋ ਜਾਂਦੀਆਂ ਨੇ, ਕਿਉਂਕਿ ਸੁਭਾਅ ਨੂੰ, ਸੋਚ ਨੂੰ ਪਰਫੈਕਟ ਮੰਨੀ ਬੈਠਾ, ਸਿੱਖਣਾ ਚਾਹੁੰਦਾ ਨਹੀਂ। ਆਪਣੀ ਸੋਚ ਤੇ ਦ੍ਰਿੜ ਹੈ, ਆਪਣੇ ਸੁਭਾਅ ਤੇ ਦ੍ਰਿੜ ਹੈ। ਇਸੇ ਕਰਕੇ ਡਿਸਕਸ਼ਨ ਨਹੀਂ ਹੁੰਦੀ। ਡਿਸਕਸ਼ਨ ਕਰਨ ਲੱਗੋ ਤਾਂ ਡਿਬੇਟ ਹੋ ਜਾਂਦੀ ਹੈ, ਝਗੜਾ ਹੋ ਜਾਂਦਾ, ਲੜਾਈ ਹੋ ਜਾਂਦੀ ਹੈ। ਘਾਟਾ ਪੈ ਰਿਹਾ ਸੰਸਾਰ ਵਿੱਚ। ਲਾਹਾ ਹਰ ਤਨ ਖੱਟਿਆ, ਗੁਰਮੁਖ ਸ਼ਬਦ ਵਿਚਾਰ। ਤੇ ਜਿਨ੍ਹਾਂ ਨੇ ਗੁਰੂ ਦੇ ਮੁਖ ਵਿੱਚੋਂ ਨਿਕਲੇ ਹੋਏ ਸ਼ਬਦ ਹੁੰਦਾ ਉਪਦੇਸ਼, ਉਹਦੀ ਵਿਚਾਰ ਕੀਤੀ, ਭਾਵ ਮੰਨ ਲਿਆ, ਉਹਨਾਂ ਨੇ ਹਰੀ ਦਾ ਧਨ ਖੱਟ ਲਿਆ। ਗੁਣ ਆ ਗਏ, ਰੱਬ ਦੀ ਮਿੱਠੀ ਮਿੱਠੀ ਯਾਦ ਆ ਗਈ, ਭੈ ਭਾਵਨੀ ਆ ਗਈ, ਬਖਸ਼ਿਸ਼ ਆ ਗਈ, ਇੱਕ ਜੀਵਨ ਜੁਗਤ ਲਾਹਾ ਖੱਟ ਲਿਆ। ਇਹ ਕਮਾਈ ਅੰਦਰ ਹੁੰਦੀ ਹੈ, ਜਿਹਨੂੰ ਅਰਦਾਸ ਵਿੱਚ ਕਹਿੰਦੇ ਆ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਉਹਨਾਂ ਨੇ ਇਹ ਲਾਹਾ ਖੱਟ ਲਿਆ। ਹਉਮੈ ਮੈਲ ਬਿਖ ਉਤਰੈ, ਹਰ ਅੰਮ੍ਰਿਤ ਹਰ ਔਰ ਧਾਰ। ਉਹਨਾਂ ਦੇ ਅੰਦਰੋਂ ਹਉਮੈ ਦੀ ਮੈਲ ਉਤਰ ਜਾਂਦੀ ਹੈ। ਉਹ ਆਪਣੇ ਸੁਭਾਅ ਨੂੰ ਪਰਫੈਕਟ ਨਹੀਂ ਮੰਨਦੇ, ਆਪਣੇ ਸੁਭਾਅ ਨੂੰ ਸੰਵਾਰਨ ਵਾਸਤੇ ਯਤਨ ਕਰਦੇ ਰਹਿੰਦੇ, ਆਪਣੀ ਸੋਚ ਨੂੰ ਸੰਵਾਰਨ ਵਾਸਤੇ ਯਤਨ ਕਰਦੇ।
ਆਪਣੀਆਂ ਭੁੱਲਾਂ ਨੂੰ ਐਕਸੈਪਟ ਕਰਦੇ ਨੇ, ਹਰ ਸਮੇਂ ਆਪਣੀ ਭੁੱਲ ਨੂੰ ਸੁਧਾਰਦੇ ਨੇ। ਕਹਿੰਦੇ ਨੇ ਸਿਆਣਾ ਮਨੁੱਖ ਵੀ ਭੁੱਲਾਂ ਕਰਦਾ ਹੈ, ਇੱਕ ਮੂਰਖ ਵੀ ਕਰਦਾ ਹੈ, ਪਰ ਕਿਤਨਾ ਹੀ ਹੈ। ਸਿਆਣਾ ਭੁੱਲ ਕਰਦਾ ਹੈ, ਉਹਦੇ 'ਚੋਂ ਸਿੱਖਦਾ, ਫਿਰ ਨਹੀਂ ਕਰਦਾ। ਮੂਰਖ ਭੁੱਲਾਂ ਕਰਦਾ ਹੈ, ਸਿੱਖਦਾ ਨਹੀਂ ਹੈ, ਬਾਰ-ਬਾਰ ਕਰੀ ਜਾ ਰਿਹਾ। ਇਸ ਲਈ ਇਹ ਮਹਿਲ ਹੈ। ਆਪਣੇ ਸੁਭਾਅ ਸੋਚ ਨੂੰ, ਵਿਚਾਰਧਾਰਾ ਨੂੰ ਪਰਫੈਕਟ ਮੰਨ ਲੈਣਾ ਮਹਿਲ ਹੈ, ਜ਼ਹਿਰ ਹੈ। ਤੇ ਗੁਰਮੁਖਾਂ ਨੇ, ਜਿਨ੍ਹਾਂ ਨੇ ਗੁਰੂ ਦੇ ਮੁਖ ਵਿੱਚੋਂ ਸ਼ਬਦ ਨੂੰ ਮੰਨਿਆ, ਉਪਦੇਸ਼ ਨੂੰ ਮੰਨਿਆ, ਉਹਨਾਂ ਦੇ ਅੰਦਰੋਂ ਜ਼ਹਿਰ ਉਤਰ ਗਈ। ਉਹਨਾਂ ਦੇ ਹਿਰਦੇ ਵਿੱਚ ਉਹ ਅੰਮ੍ਰਿਤ ਰਸ ਆ ਗਿਆ, ਮੰਨਣ ਦਾ ਰਸ, ਵਾਹਿਗੁਰੂ ਜੀ ਦੀ ਭੈ ਭਾਵਨੀ ਦਾ ਰਸ ਔਰ ਧਾਰ ਉਹਨਾਂ ਹਿਰਦੇ ਵਿੱਚ ਧਾਰਨ ਕਰ ਲਿਆ। ਸਭ ਕਾਰਜ ਤਿਨ ਕੇ ਸਿੱਧ ਹੈ, ਜਿਨ ਗੁਰਮੁਖ ਕਿਰਪਾ ਧਾਰ। ਜਿਹੜੇ ਗੁਰੂ ਦੇ ਹੋ ਜਾਂਦੇ ਨੇ ਨਾ, ਉਹ ਗੁਰੂ ਦੇ ਚਾਕਰ ਹੁੰਦੇ ਨੇ, ਉਹ ਦੂਜਿਆਂ ਲਈ ਜਿਉਂਦੇ ਨੇ। ਉਹਨਾਂ ਦੇ ਕਾਰਜ ਗੁਰੂ ਦੇ ਕਾਰਜ ਹੁੰਦੇ ਨੇ, ਉਹਨਾਂ ਦਾ ਮਿਸ਼ਨ ਗੁਰੂ ਦਾ ਮਿਸ਼ਨ ਹੁੰਦਾ ਹੈ। ਫਿਰ ਸਾਰੇ ਕਾਰਜ ਸਿੱਧ ਹੁੰਦੇ ਨੇ, ਕਿਉਂਕਿ ਉਹਨਾਂ ਤੇ ਗੁਰੂ ਦੀ ਕਿਰਪਾ ਹੁੰਦੀ ਹੈ, ਬਖਸ਼ਿਸ਼ ਦੇ ਪਾਤਰ ਹੁੰਦੇ ਨੇ। ਨਾਨਕ ਜੋ ਧੁਰ ਮਿਲੇ ਸੇ ਮਿਲ ਰਹੇ, ਹਰ ਮੇਲੇ ਸਿਰਜਣਹਾਰ। ਹੈ ਨਾਨਕ ਜੀ, ਜਿਨ੍ਹਾਂ ਨੂੰ ਧੁਰ ਹਿਰਦੇ 'ਚੋਂ ਭਾਵਨਾ ਜਾਗ ਪੈਂਦੀ ਹੈ, ਧੁਰ ਹਿਰਦੇ 'ਚੋਂ ਵਾਹਿਗੁਰੂ ਜੀ ਨੂੰ ਹਾਜ਼ਰ ਨਾਜ਼ਰ ਸਮਝਦੇ ਨੇ, ਉਹਦੀ ਮਿੱਠੀ ਮਿੱਠੀ ਯਾਦ ਵਿੱਚ ਜਿਉਂਦੇ ਨੇ, ਫਿਰ ਹਰੀ ਮੇਲਣਹਾਰ ਸਿਰਜਣਹਾਰ ਵਾਹਿਗੁਰੂ ਜੀ ਉਹਨਾਂ ਨੂੰ ਮੇਲ ਲੈਂਦੇ ਨੇ। ਉਸ ਤਰ੍ਹਾਂ ਦਾ ਮਾਹੌਲ ਉਹਨਾਂ ਦੇ ਅੰਦਰ ਤੇ ਬਾਹਰ ਬਣਿਆ ਰਹਿੰਦਾ ਹੈ। ਉਹ ਜਿੱਥੇ ਵੀ ਬੈਠਦੇ ਨੇ, ਵਾਹਿਗੁਰੂ ਜੀ ਦੇ ਰੰਗ ਵਿੱਚ ਹੁੰਦੇ ਨੇ, ਉਹਦੇ ਪਿਆਰ ਵਿੱਚ ਹੁੰਦੇ ਨੇ, ਤੇ ਉਸ ਨੂੰ ਵੰਡਦੇ ਨੇ। ਪੌੜੀ, ਇਹ ਪੌੜੀ ਹੈ ਪਹਿਲੀ ਗੌੜੀ ਕੀ ਵਾਰ ਦੀ। ਤੂੰ ਸੱਚਾ ਸਾਹਿਬ ਸੱਚ ਹੈ, ਸੱਚ ਸੱਚਾ ਗੋਸਾਈ। ਇਹ ਵਾਹਿਗੁਰੂ ਜੀ, ਤੂੰ ਸਦੀਵੀ ਮਾਲਕ ਹੈ। ਸੱਚਾ ਤੋਂ ਭਾਵ ਸਦੀਵੀ, ਸਦਾ ਰਹਿਣ ਵਾਲਾ, ਸਾਹਿਬ ਮਾਲਕ। ਤੂੰ ਸੱਚ ਸਰੂਪ ਹੈ ਤੇ ਸਾਰਿਆਂ ਦੀ ਰੱਖਿਆ ਕਰਨ ਵਾਲਾ ਸੱਚਾ ਗੋਸਾਈ ਹੈ, ਮਾਲਕ ਹੈ, ਸੁਆਮੀ ਹੈ ਸਾਰਿਆਂ ਦਾ। ਤੁਧ ਨੂੰ ਸਭ ਧਿਆਇਨ ਦੀ, ਸਭ ਲੱਗੈ ਤੇਰੀ ਪਾਈ। ਸਾਰੇ ਤੈਨੂੰ ਧਿਆਉਂਦੇ ਨੇ, ਤੇਰੇ ਨਿਜ਼ਮ ਨੂੰ ਦੇਖਦੇ ਨੇ, ਤੇਰੀ ਕੁਦਰਤ ਨੂੰ ਦੇਖਦੇ ਨੇ, ਤੇਰੇ ਗੁਣਾਂ ਦੇ ਵਰਤਾਰਿਆਂ ਨੂੰ ਦੇਖਦੇ ਨੇ। ਤੇਰੀ ਪਾਈ, ਤੇਰੇ ਚਰਨੀ, ਪਾਈ ਪੈਰ। ਚਰਨ ਕੀ ਨੇ? ਗੁਣ। ਸਾਰੇ ਗੁਣਾਂ ਨੂੰ ਲੋਚਦੇ ਨੇ, ਗੁਣਾਂ ਵਾਲਾ ਜੀਵਨ ਚਾਹੁੰਦੇ ਨੇ। ਜਦੋਂ ਮਾਪੇ ਬੱਚਿਆਂ ਨੂੰ ਝਿੜਕਦੇ ਨੇ, ਕੀ ਚਾਹੁੰਦੇ ਨੇ? ਕਿ ਬੱਚੇ ਗੁਣਾਂ ਵਾਲੇ ਬਣਨ। ਉਹਦੇ ਚਰਨ ਨੇ, ਸਾਰੇ ਉਹਦੀ ਚਰਨੀ ਪੈਂਦੇ ਨੇ। ਪੈਣ ਦੀ ਜੁਗਤ ਬਿਰਲਿਆਂ ਕੋਲ ਆਖੋ ਵਾਹਿਗੁਰੂ, ਪੈਂਦੇ ਸਾਰੇ ਨੇ। ਤੇਰੀ ਸਿਫਤ ਸੁਆਲਿਓ ਸਰੂਪ ਹੈ, ਜਿਨ ਕੀਤੀ ਤਿਸ ਪਾਰ ਲੰਘਾਈ। ਜਿਹੜੇ ਵਾਹਿਗੁਰੂ ਜੀ ਦੇ ਗੁਣਾਂ ਦੀਆਂ ਵਿਚਾਰਾਂ ਕਰਦੇ ਨੇ, ਉਹਦੇ ਨਿਯਮਾਂ ਦੀਆਂ ਵਿਚਾਰਾਂ ਕਰਦੇ ਨੇ, ਉਹਦੇ ਉਪਦੇਸ਼ਾਂ ਦੀਆਂ ਵਿਚਾਰਾਂ ਕਰਦੇ ਨੇ, ਉਹਦੀ ਜਿਹੜੀ ਸਿਫਤ ਸਲਾਘਾ ਹੈ ਬੜੀ ਸੁੰਦਰ ਹੈ। ਜਿਨ੍ਹਾਂ ਨੇ ਵੀ ਕੀਤੀ ਸਿਫਤ ਸਲਾਘਾ, ਵਾਹਿਗੁਰੂ ਜੀ ਉਹਨਾਂ ਨੂੰ ਜੀਵਨ ਮੈਨੇਜ ਕਰਨਾ ਸਿਖਾਉਂਦੇ ਨੇ, ਪਾਰ ਲੰਘ ਜਾਂਦੇ ਮੁਸ਼ਕਿਲਾਂ ਵਿੱਚੋਂ ਦੀ, ਚਿੰਤਾਵਾਂ ਵਿੱਚੋਂ, ਦੁੱਖਾਂ ਵਿੱਚੋਂ ਦੀ। ਐਸਾ ਨਹੀਂ ਉਹਨਾਂ ਤੇ ਚਿੰਤਾ ਨਹੀਂ, ਉਹਨਾਂ ਦੇ ਦੁੱਖ ਨਹੀਂ ਆਉਂਦੇ, ਪਰ ਉਲਝਦੇ ਨਹੀਂ। ਦੁੱਖ ਤਾਂ ਗੁਰੂ ਸਾਹਿਬਾਨਾਂ ਤੇ ਵੀ ਆਏ, ਦੁੱਖ ਤਾਂ ਦਾਤ ਹੈ। ਦੁੱਖ ਸੁੱਖ ਤਾਂ ਕੱਪੜੇ ਨੇ, ਪਹਿਨਣੇ ਪੈਂਦੇ ਨੇ, ਪਰ ਜਿਹੜੇ ਗੁਰੂ ਦੀ ਸ਼ਰਨ ਪੈਂਦੇ ਨੇ, ਗੁਰੂ ਦੇ ਮੁਖ ਵਿੱਚੋਂ ਨਿਕਲੇ ਉਪਦੇਸ਼ ਨੂੰ ਮੰਨਦੇ ਨੇ, ਗੁਰਮੁਖਾਂ ਨੂੰ ਫਲ ਪਾਏਂਦਾ ਸੱਚ ਨਾਮ ਸਮਾਈ। ਉਹਨਾਂ ਨੂੰ ਇੱਕ ਫਲ ਮਿਲਦਾ ਹੈ ਕਿ ਉਹ ਸੱਚ ਦੇ ਨਾਮ ਵਿੱਚ ਸਮਾਏ ਰਹਿੰਦੇ ਨੇ। ਨਾਮ ਉਹਦਾ ਨਿਜ਼ਮ ਵੀ ਹੈ, ਨਾਮ ਉਹਦੇ ਉਪਦੇਸ਼ ਵੀ ਹੈ, ਨਾਮ ਉਹਦੀ ਮਿੱਠੀ ਮਿੱਠੀ ਯਾਦ ਵੀ ਹੈ। ਉਹ ਨਿਜ਼ਮ ਵਿੱਚ ਵੀ ਸਮਾਏ ਰਹਿੰਦੇ ਨੇ, ਉਹਦੇ ਉਪਦੇਸ਼ ਵਿੱਚ ਵੀ ਸਮਾਏ ਰਹਿੰਦੇ ਨੇ, ਉਹਦੀ ਮਿੱਠੀ ਮਿੱਠੀ ਯਾਦ ਦੇ ਰਸ ਵਿੱਚ ਵੀ ਸਮਾਏ ਰਹਿੰਦੇ ਨੇ। ਵੱਡੇ ਮੇਰੇ ਸਾਹਿਬਾ, ਵੱਡੀ ਤੇਰੀ ਵਡਿਆਈ। ਹੈ ਮੇਰੇ ਮਾਲਕ ਵਾਹਿਗੁਰੂ ਜੀ, ਤੁਸੀਂ ਸਭ ਤੋਂ ਵੱਡੇ ਹੋ, ਸਭ ਤੋਂ ਉੱਚੇ ਹੋ, ਤੁਹਾਡੀ ਵਡਿਆਈ ਸਭ ਤੋਂ ਕੀਮਤੀ ਹੈ। ਉੱਚੀ ਤੋਂ ਭਾਵ ਕੀਮਤੀ, ਵੱਡੀ ਤੋਂ ਭਾਵ ਕੀਮਤੀ। ਸਾਨੂੰ ਵਾਹਿਗੁਰੂ ਜੀ ਦੇ ਬਖਸ਼ਿਸ਼ਾਂ ਦੀ, ਵਾਹਿਗੁਰੂ ਜੀ ਦੇ ਗੁਣਾਂ ਦੀ, ਵਾਹਿਗੁਰੂ ਜੀ ਦੇ ਉਪਦੇਸ਼ਾਂ ਦੀ ਵੈਲਿਊ ਨੂੰ ਸਮਝਣਾ ਚਾਹੀਦਾ ਹੈ। ਜਦੋਂ ਸੁਣੀਏ, ਜੋ ਚੰਗਾ ਲੱਗੇ ਉਹਨੂੰ ਮਨ 'ਤੇ ਲਾ ਲਈਏ। ਗੁਰੂ ਸਾਹਿਬ ਸਾਨੂੰ ਕੈਸਾ ਬਣਾਉਣਾ ਚਾਹੁੰਦੇ, ਕਮਾਲ ਹੈ। ਗੁਰੂ ਸਾਹਿਬ ਚਾਹੁੰਦੇ ਨੇ ਇਹਨਾਂ ਦੇ ਜ਼ੁਬਾਨ ਵਿੱਚ ਮਿਠਾਸ ਹੋਵੇ, ਇਹਨਾਂ ਦੇ ਵਰਤੋਂ ਵਿਵਹਾਰ ਵਿੱਚ ਮਿਠਾਸ ਹੋਵੇ, ਇਹਨਾਂ ਦੇ ਘਰ ਧਰਮਸ਼ਾਲਾ ਹੋਵੇ, ਧਰਮਸ਼ਾਲਾ ਬਣਨ, ਇਹਨਾਂ ਦੇ ਘਰਾਂ ਵਿੱਚ ਏਕਤਾ ਇਤਫਾਕ ਹੋਵੇ, ਇਹਨਾਂ ਦੇ ਬੱਚੇ ਆਗਿਆਕਾਰੀ ਹੋਣ। ਸਤਿਗੁਰੂ ਜੀ ਇਸ ਤਰ੍ਹਾਂ ਦਾ ਬਣਾਉਣਾ ਚਾਹੁੰਦੇ ਨੇ, ਤੇ ਸਾਡੀ ਸੋਚ ਨੂੰ, ਸਾਡੇ ਸੁਭਾਅ ਨੂੰ ਘੜਨਾ ਚਾਹੁੰਦੇ ਨੇ ਸਿੱਖਿਆਵਾਂ ਦੇ ਕੇ। ਤੇ ਜਦੋਂ ਵੀ ਗੁਰੂ ਦੀਆਂ ਸਿੱਖਿਆਵਾਂ ਸੁਣੀਏ, ਉਹਨੂੰ ਮਨ 'ਤੇ ਲਾ ਲੈਣਾ ਚਾਹੀਦਾ, ਇੱਕ ਆਪਾ ਵਾਰ ਦੇਣਾ ਚਾਹੀਦਾ, ਮੈਂ ਇਹੋ ਜਿਹਾ ਬਣਨਾ ਹੈ। ਸਤਿਗੁਰੂ ਕਿਰਪਾ ਕਰ।
ਸਾਰਿਆਂ ਦੇ ਘਰਾਂ ਵਿੱਚ ਸੁੱਖ ਸ਼ਾਂਤੀ ਏਕਤਾ ਇਤਫਾਕ ਹੋਵੇ। ਸਤਿਗੁਰੂ ਤੁਹਾਡੇ ਸੁਭਾਅ ਨੂੰ, ਤੁਹਾਡੀ ਸੋਚ ਨੂੰ ਸ਼ਿੰਗਾਰਨ। ਸਤਿਗੁਰੂ ਜੀ ਤੁਹਾਡੇ ਬੱਚਿਆਂ ਨੂੰ ਆਗਿਆਕਾਰੀ ਬਣਾਉਣ। ਤੁਹਾਡੇ ਘਰ ਵਿੱਚ ਪੂਰਨ ਏਕਤਾ ਹੋਵੇ, ਖੁਸ਼ੀਆਂ ਹੋਣ, ਚਿੰਤਾਵਾਂ ਤੁਹਾਨੂੰ ਉਲਝਾਉਣ ਨਾ, ਦੁੱਖ ਤੁਹਾਨੂੰ ਉਲਝਾਉਣ ਨਾ। ਕੱਲ ਨੂੰ ਫਿਰ 301 ਨੰਬਰ ਅੰਗ ਦੀ ਵਿਚਾਰ ਲੈ ਕੇ ਫਿਰ ਤੁਹਾਡੇ ਘਰ ਤੁਹਾਡੇ ਸਨਮੁਖ ਹਾਜ਼ਰ ਹੋਵਾਂਗਾ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਨੂੰ ਕਿੰਨੀ ਖੁਸ਼ੀ ਹੁੰਦੀ ਹੋਏਗੀ ਜਦੋਂ ਤੁਸੀਂ ਰੋਜ਼ਾਨਾ ਅਰਥਾਂ ਸਮੇਤ ਸਹਿਜ ਪਾਠ ਕਰਦੇ ਹੋਵੋਗੇ। ਜੇ ਤੁਹਾਡੇ ਪਰਿਵਾਰ ਦੇ ਮੈਂਬਰ ਵੀ ਅਰਥਾਂ ਸਮੇਤ ਸਹਿਜ ਪਾਠ ਕਰ ਰਹੇ ਨੇ, ਅੰਦਰ ਝਾਤੀ ਮਾਰ ਕੇ ਦੇਖੋ ਕਿੰਨੀ ਖੁਸ਼ੀ ਹੋ ਰਹੀ ਹੈ। ਜੇ ਬੱਚੇ ਵੀ ਤੁਹਾਡੇ ਸਹਿਜ ਪਾਠ ਕਰਦੇ ਨੇ, ਅੰਦਰ ਝਾਤੀ ਮਾਰੋ ਕਿੰਨਾ ਸ਼ੁਕਰਾਨਾ ਜਾਗ ਰਿਹਾ ਹੈ। ਇਸ ਤੋਂ ਵੱਡੇ ਭਾਗ ਹੋਰ ਕੀ ਹੋ ਸਕਦੇ ਨੇ। ਜੇ ਤੁਸੀਂ ਆਪਣੇ ਰਿਸ਼ਤੇਦਾਰਾਂ ਦੇ, ਸ਼ਰੀਕੇ ਦੇ, ਮਿੱਤਰਾਂ ਦੋਸਤਾਂ ਦੇ ਬੱਚਿਆਂ ਨੂੰ ਵੀ ਅਰਥਾਂ ਸਮੇਤ ਸਹਿਜ ਪਾਠ ਕਰਨ ਲਾ ਦਿੱਤਾ ਹੈ, ਤੁਸੀਂ ਪ੍ਰੇਰਿਤ ਕੀਤਾ ਹੈ, ਸੋਚ ਕੇ ਦੇਖੋ ਗੁਰੂ ਸਾਹਿਬ ਕਿੰਨੇ ਖੁਸ਼ ਹੁੰਦੇ ਹੋਣਗੇ। ਤੁਸੀਂ ਗੁਰੂ ਦੇ ਮਿਸ਼ਨ ਨੂੰ ਘਰ ਘਰ ਤੱਕ ਲਿਜਾਣ ਦੀ ਸੇਵਾ ਕਰ ਰਹੇ ਹੋ। ਜਿਨ੍ਹਾਂ ਨੇ ਸਕੂਲ, ਕਾਲਜ, ਯੂਨੀਵਰਸਿਟੀਜ਼ ਦੇ ਵਿੱਚ ਸਟੂਡੈਂਟਸ ਨੂੰ ਅਰਥਾਂ ਸਮੇਤ ਸਹਿਜ ਪਾਠ ਕਰਨ ਵਾਸਤੇ ਪ੍ਰੇਰਿਤ ਕੀਤਾ ਹੈ, ਤੇ ਅੰਦਰੋਂ ਮਹਿਸੂਸ ਕਰਕੇ ਦੇਖੋ ਗੁਰੂ ਕਲਗੀਧਰ ਸਾਹਿਬ ਜੀ ਕਿੰਨੇ ਖੁਸ਼ ਹੁੰਦੇ ਹੋਣਗੇ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਕਿੰਨੇ ਖੁਸ਼ ਹੁੰਦੇ ਹੋਣਗੇ, ਕਿਉਂਕਿ ਗੁਰੂ ਪਾਤਸ਼ਾਹ ਦਾ ਸੁਪਨਾ ਸੀ ਘਰ ਘਰ ਅੰਦਰ ਧਰਮਸ਼ਾਲ ਹੋਵੇ, ਕੀਰਤਨ ਸਦਾ ਵਸੋਆ। ਤੁਸੀਂ ਬਖਸ਼ਿਸ਼ਾਂ ਦੇ ਪਾਤਰ ਬਣੇ। ਹਰ ਗੁਰਸਿੱਖ ਨੇ ਘਰ ਘਰ ਸੰਦੇਸ਼ ਲਿਜਾਣਾ ਹੈ। ਹਰ ਇੱਕ ਦੇ ਹਿਰਦੇ ਨੂੰ ਮਿੱਠਾ ਮਿੱਠਾ ਹਲੂਣਾ ਦੇਣਾ ਹੈ। ਪੁੱਛਣਾ ਹੈ ਕੀ ਤੁਸੀਂ ਅਰਥਾਂ ਸਮੇਤ ਸਹਿਜ ਪਾਠ ਸ਼ੁਰੂ ਕਰ ਦਿੱਤਾ ਹੈ। ਜੇ ਕਰ ਦਿੱਤਾ ਹੈ ਤਾਂ ਵੱਡੇ ਭਾਗਾਂ ਵਾਲੇ ਹੋ। ਜੇ ਹਾਲੇ ਨਹੀਂ ਸ਼ੁਰੂ ਹੋਇਆ ਤਾਂ ਕਿਸ ਗੱਲ ਨੂੰ ਸੋਚਦੇ ਹੋ। ਕਿਤੇ ਆਲਸ ਤਾਂ ਨਹੀਂ ਤੁਹਾਨੂੰ ਜ਼ੋਰ ਪਾ ਰਿਹਾ, ਕਿਤੇ ਦੁਬਿਧਾ ਵਿੱਚ ਤਾਂ ਨਹੀਂ, ਕਿਤੇ ਅੱਜ ਦਾ ਕੰਮ ਕੱਲ੍ਹ ਤੇ ਛੱਡ ਕੇ ਐਵੇਂ ਤਾਂ ਨਹੀਂ ਸੋਚੀ ਜਾ ਰਹੇ। ਜਾਗੋ, ਆਪਾਂ ਗੁਰੂ ਕੇ ਗੁਰਸਿੱਖ ਹਾਂ। ਜਿਵੇਂ ਮੱਛੀ ਪਾਣੀ ਤੋਂ ਬਿਨਾਂ ਨਹੀਂ ਜਿਉ ਸਕਦੀ, ਇਸੇ ਤਰ੍ਹਾਂ ਗੁਰਸਿੱਖ ਬਾਣੀ ਤੋਂ ਬਿਨਾਂ ਅਧੂਰਾ ਹੈ। ਖੁਦ ਅਰਥਾਂ ਸਮੇਤ ਸਹਿਜ ਪਾਠ ਕਰੋ ਦੀ ਲਹਿਰ ਅੱਜ ਦੁਨੀਆ ਦੇ ਕੋਨੇ-ਕੋਨੇ ਵਿੱਚ, ਘਰ ਘਰ ਵਿੱਚ ਪਹੁੰਚ ਚੁੱਕੀ ਹੈ। ਆਪਾਂ ਵੀ ਲਾਹਾ ਪ੍ਰਾਪਤ ਕਰੀਏ। ਹਰ ਇੱਕ ਨੂੰ ਇੱਕੋ ਹੀ ਸਵਾਲ ਪੁੱਛੀਏ ਕਿ ਕੀ ਤੁਸੀਂ ਅਰਥਾਂ ਸਮੇਤ ਸਹਿਜ ਪਾਠ ਸ਼ੁਰੂ ਕਰ ਦਿੱਤਾ ਹੈ। ਆਹ ਤੁਹਾਡਾ ਸਵਾਲ ਪੁੱਛਣਾ ਇੱਕ ਪਰਉਪਕਾਰ ਬਣ ਜਾਏਗਾ। ਸ਼ੁਕਰ ਵਾਹਿਗੁਰੂ ਜੀ ਦਾ।